ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਦੇਵ ਕਮਲ ਤੇ ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ। ਦੋਸਤੋ, ਪਿਛਲੇ ਦਿਨੀ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸਰਕਾਰ ਵੱਲੋਂ। ਸਟੇਟ ਅਵਾਰਡ ਮਿਲੇ ਨੇ ਸਾਡੇ ਸ਼ਹਿਰ ਦੇ ਕਈ ਅਧਿਆਪਕਾਂ ਨੂੰ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਜਿਸ ਅਧਿਆਪਕ ਦੇ ਕੋਲ ਆਏ ਹਾਂ ਉਹ ਵੀ ਸਟੇਟ ਅਵਾਰਡ ਵਿਨਰ ਨੇ ਇਸ ਵਾਰ ਦੇ। ਉਹਨੇ ਜਨਾਬ ਦਿਨੇਸ਼ ਰਿਸ਼ੀ ਜੀ। ਦਿਨੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਇਸ ਸਾਲ ਸਨਮਾਨਿਤ ਕੀਤਾ ਗਿਆ, ਇਸ ਲਈ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈ ਤੁਹਾਨੂੰ। ਧੰਨਵਾਦ ਜੀ। ਤੁਸੀਂ ਆਪਣੀ ਟੀਮ ਦੇ ਨਾਲ ਸਾਡੇ ਘਰ ਪਹੁੰਚੇ, ਤੁਹਾਨੂੰ ਜੀ ਆਇਆਂ ਨੂੰ। ਔਰ ਤੁਸੀਂ ਮੁਬਾਰਕਬਾਦ ਪੇਸ਼ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਦਰਸ਼ਕਾਂ ਨੂੰ ਵੀ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਇਸ ਵਿਸ਼ੇ ਦੇ ਉੱਤੇ ਧੰਨਵਾਦ ਪੇਸ਼ ਕਰਦਾ ਜੀ। ਦੋਸਤੋ, ਦਿਨੇਸ਼ ਰਿਸ਼ੀ ਇੱਕ ਬਹੁਤ ਸੁਹਿਰਦ, ਬਹੁਤ ਕਾਬਿਲ ਅਧਿਆਪਕ ਹੈ ਜੋ ਕਿ ਕਾਫੀ ਦ੍ਰਿੜ ਇਰਾਦੇ ਨਾਲ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਆਪਣੇ ਸਕੂਲ ਦੇ ਵਿੱਚ ਬੱਚਿਆਂ 'ਤੇ ਬਹੁਤ ਮਿਹਨਤ ਕਰ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਲਾਂ ਤੋਂ ਦਿਨੇਸ਼ ਜੀ ਤੁਸੀਂ ਇਸ ਫੀਲਡ ਦੇ ਵਿੱਚ ਮਿਹਨਤ ਕਰਨ ਲੱਗੇ ਹੋਏ ਹੋ, ਲੇਕਿਨ ਤੁਹਾਡੀ ਮਿਹਨਤ ਨੂੰ ਬੂਰ ਸ਼ਾਇਦ ਹੁਣ ਪਿਆ। ਸਰਕਾਰ ਨੇ ਤੁਹਾਨੂੰ ਸਨਮਾਨਿਤ ਕਰਨ ਲਈ ਚੁਣਿਆ, ਇਸ ਵਾਰ ਤੁਹਾਨੂੰ ਸਟੇਟ ਅਵਾਰਡ ਮਿਲਿਆ। ਹਾਲਾਂਕਿ ਇਹਨੂੰ ਕੋਈ ਪ੍ਰੂਫ ਨਹੀਂ ਕਹਿ ਸਕਦੇ ਵੀ ਤੁਹਾਡੀ ਯੋਗਤਾ ਦਾ ਪ੍ਰੂਫ ਤੁਹਾਨੂੰ ਹੁਣ ਮਿਲਿਆ, ਉਹ ਤਾਂ ਪਹਿਲਾਂ ਹੀ ਤੁਸੀਂ ਯੋਗ ਸੀ, ਲੇਕਿਨ ਸਰਕਾਰ ਦੀ ਨਜ਼ਰ ਸ਼ਾਇਦ ਤੁਸੀਂ ਹੁਣ ਚੜ੍ਹੇ ਹੋ। ਤਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ? ਕਮਲ ਜੀ, ਜਦ ਤੱਕ ਮੇਰੀਆਂ ਕੋਸ਼ਿਸ਼ਾਂ ਦਾ ਜੋ ਨਤੀਜਾ ਸੀ ਉਹ ਮੈਂ ਸਮਝਦਾ ਕਿ ਮੇਰੇ ਬੱਚੇ ਨੇ ਜੀ, ਜੋ ਮੈਂ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਉਹ ਸਿੱਖੇ ਅਤੇ ਉਹ ਅੱਗੇ ਵੱਧ ਕੇ ਉਹ ਕੰਮ ਕਰ ਰਹੇ ਨੇ। ਜਦ ਤੱਕ ਸਵਾਲ ਸਟੇਟ ਅਵਾਰਡ ਮਿਲਣ ਦਾ, ਸਟੇਟ ਅਵਾਰਡ ਨੋ ਡਾਊਟ ਮੇਰੇ ਲਈ ਇਹ ਇੱਕ ਚੈਲੰਜਿੰਗ ਮਸਲਾ ਹੈ, ਮੇਰੇ ਲਈ ਇੱਕ ਹੋਰ ਚੈਲੰਜ ਹੈ ਜੀ, ਕਿਉਂਕਿ ਇਹਦੇ ਮਿਲਣ ਨਾਲ ਇੱਕ ਰਿਕੋਗਨਾਈਜੇਸ਼ਨ ਤਾਂ ਮਿਲੀ ਹੈ ਸਰਕਾਰ ਵੱਲੋਂ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਪਰੰਤੂ ਮੈਂ ਇਸ ਨੂੰ ਇਸ ਰੂਪ 'ਚ ਦੇਖਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀ ਚੰਗਾ ਕੰਮ ਕਰਾਂ ਅਤੇ ਜੋ ਮਹਿਕਮੇ ਦੀਆਂ, ਮੇਰੇ ਬੱਚਿਆਂ ਦੀਆਂ, ਮੇਰੀ ਸੁਸਾਇਟੀ ਦੀਆਂ ਮੇਰੇ ਤੋਂ ਆਸ਼ਾਵਾਂ ਹਨ, ਮੈਂ ਉਹਨਾਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਪੂਰ ਕਰ ਸਕਾਂ ਜੀ। ਅੱਛਾ ਦਿਨੇਸ਼ ਜੀ, ਇਸ ਵਾਰ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ 3 ਕੈਟਾਗਰੀਆਂ ਸੀ ਜੋ ਸਨਮਾਨਿਤ ਕੀਤਾ ਗਿਆ ਅਧਿਆਪਕਾਂ ਨੂੰ, ਇੱਕ ਸੀਨੀਅਰ, ਇੱਕ ਜੂਨੀਅਰ ਔਰ ਤੀਸਰੀ ਪ੍ਰਬੰਧਕ। ਤੁਹਾਨੂੰ ਕਿਸ ਕੈਟਾਗਰੀ ਦੇ ਅੰਦਰ ਮਿਲਿਆ? ਜਿਹੜਾ ਮੈਂ ਜਿਸ ਮਤਲਬ ਸੈਗਮੈਂਟ ਦੇ ਵਿੱਚ ਕੰਮ ਕਰਦਾ ਉਹ ਪ੍ਰਾਇਮਰੀ ਸੈਗਮੈਂਟ ਹੈ ਜੀ, ਅਤੇ ਮੈਨੂੰ ਮੇਰੀ ਕੈਟਾਗਰੀ ਦੇ ਵਿੱਚੋਂ ਹੀ ਮਿਲਿਆ ਹੈ ਜੀ। ਉਹਦੇ ਵਿੱਚ ਤਕਰੀਬਨ 42 ਅਧਿਆਪਕਾਂ ਨੇ ਅਪਲਾਈ ਕੀਤਾ ਸੀ, ਜਿਹਦਾ ਇੱਕ ਬਹੁਤ ਲੰਬਾ ਪ੍ਰੋਸੈਸ ਸੀ। ਜਿਸ ਪ੍ਰੋਸੈਸ ਦੇ ਤਹਿਤ ਪਹਿਲਾਂ DO ਸਾਹਿਬ ਨੇ ਸਾਡੇ ਕੀਤੇ ਹੋਏ ਕੰਮਾਂ ਨੂੰ ਵੈਰੀਫਾਈ ਕੀਤਾ, ਫਿਰ ਇੱਥੇ ਡਿਸਟ੍ਰਿਕਟ 'ਤੇ ਇੱਕ ਟੀਮ ਬਣੀ, ਉਸ ਨੇ ਵੈਰੀਫਾਈ ਕੀਤਾ। ਉਸ ਤੋਂ ਬਾਅਦ ਸਾਡੀ ਉਹਨਾਂ ਸਾਰੇ ਕੰਮਾਂ ਦੀ ਇੱਕ ਜਿਹੜੀ ਹਾਈ ਲੈਵਲ ਦੀ ਕਮੇਟੀ ਬਣੀ ਸਟੇਟ ਲੈਵਲ ਦੇ ਉੱਤੇ, ਉਹਨਾਂ ਨੇ ਉਹਦੀ ਪ੍ਰੈਜੈਂਟੇਸ਼ਨ ਦੇਖੀ ਜੀ, ਜਿਹਦੇ ਵਿੱਚ ਕਿ NCERT ਦੇ ਨੁਮਾਇੰਦੇ, ਕੁਛ ਸੀਨੀਅਰ ਆਫੀਸ਼ੀਅਲਸ, ਜਿਹਦੇ ਵਿੱਚ ਕੁਛ ਇੱਕ ਰਿਟਾਇਰਡ ਜੱਜ ਵੀ ਸੀਗੇ ਜੀ। ਉਹਨਾਂ ਨੂੰ ਪ੍ਰੈਜੈਂਟੇਸ਼ਨ ਤੋਂ ਬਾਅਦ ਉਹਨਾਂ ਸਾਰਿਆਂ ਦੇ ਰਿਮਾਰਕਸ ਲਏ ਗਏ, ਉਹਨਾਂ ਸਾਰਿਆਂ ਦੇ ਨੰਬਰ ਲਗਾਏ ਗਏ, ਔਰ ਫਿਰ ਉਸ ਨੂੰ ਕਲੱਬ ਕਰਕੇ ਜੀ ਪਿਓਰ ਮੈਰਿਟ ਦੇ ਉੱਤੇ ਉਹਨਾਂ ਨੇ ਇਸ ਚੀਜ਼ ਨੂੰ, ਜੋ ਬੰਦੇ ਬਣਦੇ ਹੈਗੇ ਸੀਗੇ ਉਹਨਾਂ ਨੂੰ ਇਹ ਸਨਮਾਨ ਦਿੱਤਾ। ਔਰ ਮੈਨੂੰ ਮੇਰੀ ਕੈਟਾਗਰੀ ਦੇ ਵਿੱਚੋਂ, ਪ੍ਰਾਇਮਰੀ ਸੈਗਮੈਂਟ ਦੇ ਵਿੱਚੋਂ ਸਟੇਟ ਅਵਾਰਡ ਮਿਲਿਆ ਜੀ। ਯਾਨੀ ਜੋ ਵੀ ਕ੍ਰਾਈਟੇਰੀਆ ਸੀ ਉਸ ਦੇ ਅਕੋਰਡਿੰਗ ਜਿਹੜੀ ਪ੍ਰਕਿਰਿਆ ਹੋਈ ਉਹ 'ਚੋਂ ਤੁਹਾਨੂੰ ਚੁਣਿਆ ਗਿਆ। ਅੱਛਾ, ਕਿਤੇ ਇਹ ਤਾਂ ਨਹੀਂ ਲੱਗਦਾ ਕਿ ਬਹੁਤ ਦੇਰ ਕਰਦੀ ਹਜ਼ੂਰਾਂ ਤੇ ਆਤੇ? ਨਹੀਂ, ਐਸੀ ਗੱਲ ਨਹੀਂ ਹੈ। ਦਰਅਸਲ ਇਹ ਲੇਖਾ ਜੋਖਾ ਜੋ ਹੁੰਦਾ ਹੈ ਇਹ 10 ਸਾਲਾਂ ਦਾ ਹੁੰਦਾ ਹੈ ਜੀ, ਵੀ ਤੁਸੀਂ ਪਿਛਲੇ 10 ਸਾਲਾਂ ਤੋਂ ਕੀ ਕੀਤਾ ਹੈ। ਇਹ ਕੋਈ ਇੱਕ ਦਿਨ ਦਾ ਲੇਖਾ ਜੋਖਾ ਨਹੀਂ ਹੁੰਦਾ ਜੀ ਜੀ। ਮੇਰੀ ਤਕਰੀਬਨ 15 ਸਾਲ ਦੀ ਜੌਬ ਹੋ ਗਈ। ਪਹਿਲੇ 3-4 ਸਾਲ ਤਾਂ ਮੈਂ ਕਈ ਸਕੂਲਾਂ 'ਚ ਤੁਰਿਆ ਫਿਰਿਆ। 2010 ਦੇ ਵਿੱਚ ਮੈਂ ਮੰਘਾਣੀਆਂ ਆ ਗਿਆ ਸੀ, ਮੈਂ ਉੱਥੇ 10 ਸਾਲ ਲਗਾਏ ਜੀ ਜੀ, ਅਤੇ ਮੇਰੇ 10 ਸਾਲ ਦੇ ਮੰਘਾਣੀਆਂ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਜੀ ਜੀ, ਅਤੇ ਉਸ ਦੇ ਵਿੱਚੋਂ ਇਹ ਗੱਲ ਨੇ ਆਇਆ ਅਤੇ ਉਹਨੂੰ ਸਰਕਾਰ ਨੇ ਤਾਇਦ ਕੀਤਾ, ਰਿਕੋਗਨਾਈਜ਼ ਕੀਤਾ ਜੀ। ਬਾਕੀ ਲੇਟ ਕੁਝ ਨਹੀਂ ਹੁੰਦਾ। ਅਜੇ ਮੈਨੂੰ ਐਂ ਲੱਗਦਾ ਵੀ ਮੈਂ ਕੰਮ ਕੀਤਾ, 10 ਸਾਲ ਹੋਏ, ਮੈਂ ਦੱਸਿਆ ਅਤੇ ਉਹਨਾਂ ਨੇ ਰਿਕੋਗਨਾਈਜ਼ ਕੀਤਾ ਜੀ। ਬਿਲਕੁਲ, ਤੁਹਾਡੇ ਮੰਘਾਣੀਆਂ ਸਕੂਲ 'ਚ ਮੈਨੂੰ ਯਾਦ ਹੈ ਕਿ ਮੈਂ ਵੀ ਵਿਜ਼ਿਟ ਕੀਤਾ ਸੀਗਾ। ਤੁਹਾਡੀ ਸਕੂਲ ਦੀ ਲਾਇਬ੍ਰੇਰੀ ਅਸੀਂ ਦਿਖਾਈ ਸੀਗੀ, ਔਰ ਲਾਇਬ੍ਰੇਰੀ ਵਾਕਈ ਦੋਸਤੋ ਨੇ ਸਕੂਲ ਜਿਹੜੀ ਬਣੀ ਆ ਉਹ ਇੱਕ ਮੀਲ ਪੱਥਰ ਹੈ ਆਸ ਪਾਸ ਦੇ ਇਲਾਕੇ ਦੇ ਵਾਸਤੇ।
ਤਾਂ ਹੋਰ ਸਕੂਲ ਦੀ ਗਤੀਵਿਧੀਆਂ ਦੀ ਆਪਾਂ ਜਦੋਂ ਤੁਹਾਡੀ ਗੱਲ ਕਰ ਰਹੀਏ, ਹੋਰ ਸਕੂਲ ਦੇ ਵਿੱਚ ਤੁਹਾਡਾ ਕੀ ਵਿਸ਼ੇਸ਼ ਯੋਗਦਾਨ ਰਿਹਾ ਜਿਹਦੇ ਕਰਕੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਸਨਮਾਨ ਮਿਲਿਆ? ਉਹਦੇ ਵਿੱਚ ਜੋ ਮੈਨੂੰ ਜੋ ਲੱਗਦਾ ਹੈਗਾ ਜੀ, ਅਸੀਂ ਜੋ ਮਤਲਬ ਖਾਸ ਕੰਮ ਕੀਤੇ, ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਇਹ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਜੀ, ਜਿਹੜੀ ਮਨਰੇਗਾ ਹੈ, ਨਰੇਗਾ ਜੋ ਮਹਾਤਮਾ ਗਾਂਧੀ ਨਰੇਗਾ ਦੀ ਯੋਜਨਾ, ਨਰੇਗਾ ਕਹਿੰਦੇ ਆਪਾਂ ਜੀ, ਨਰੇਗਾ ਕਹਿੰਦੇ ਹਾਂ, ਉਸ ਨੂੰ ਅਸੀਂ ਸਕੂਲ ਨਾਲ ਕੋਰਿਲੇਟ ਕੀਤਾ। 2010 ਤੱਕ ਐਦਾਂ ਦਾ ਕੋਈ ਸਿਸਟਮ ਨਹੀਂ ਸੀ ਕਿ ਸਕੂਲ ਦੇ ਵਿੱਚ ਨਰੇਗਾ ਕੰਮ ਕਰਾਊਗੀ ਜੀ ਜੀ, ਬਟ ਅਸੀਂ ਕਨਵਰਜੈਂਸ ਆਫ ਸਕੀਮਸ ਕੀਤਾ, ਕਿਉਂਕਿ ਉਹਨਾਂ ਦੀ ਇੱਕ ਸਕੀਮ ਸੀ ਕਿ ਅਸੀਂ ਪੌਦੇ ਲਾ ਸਕਦੇ ਹਾਂ ਜੀ, ਉਹਨਾਂ ਦੀ ਇੱਕ ਸਕੀਮ ਸੀ ਕਿ ਅਸੀਂ ਪੌਦਿਆਂ ਦੀ ਦੇਖਭਾਲ ਲਈ ਬੰਦਾ ਰੱਖ ਸਕਦੇ ਹਾਂ, ਉਹਨਾਂ ਦੀ ਇੱਕ ਸਕੀਮ ਸੀ ਕਿ ਅਸੀਂ ਜਿੱਥੇ ਪੌਦੇ ਲਾਵਾਂਗੇ ਉੱਥੇ ਪਹੁੰਚਣ ਲਈ ਰਸਤਾ ਬਣਾ ਸਕਦੇ ਹਾਂ, ਅਸੀਂ ਉਹਨੂੰ ਪਾਰਕ ਦਾ ਰੂਪ ਦਿੱਤਾ, ਅਸੀਂ ਉਹ ਪੌਦੇ ਉੱਥੇ ਸਕੂਲ ਦੇ ਵਿੱਚ ਲਗਾ ਲਏ। ਇਹ ਸਾਡਾ ਇਨਫਰਾਸਟ੍ਰਕਚਰਲ ਐਂਗਲ ਤੋਂ ਵੱਡਾ ਵਿਸ਼ਾ ਸੀ। ਅਸੀਂ ਸਕੂਲ ਪਿੰਡ ਦੇ ਵਿੱਚ ਇੱਕ ਨਵੀਂ ਮੂਵਮੈਂਟ ਚਲਾਈ ਕਿ ਭੋਗ ਦੇ ਉੱਤੇ, ਵਿਆਹ ਦੇ ਉੱਤੇ ਹਮੇਸ਼ਾ ਗੁਰਦੁਆਰਿਆਂ ਨੂੰ ਕੁਝ ਨਾ ਕੁਝ ਡੋਨੇਟ ਕੀਤਾ ਜਾਂਦਾ ਸੀ। ਅਸੀਂ ਇਹ ਰਵਾਇਤ ਤੋਰੀ ਕਿ ਤੁਸੀਂ ਸਕੂਲ ਨੂੰ ਵੀ ਕੁਝ ਦਾਨ ਕਰਨਾ ਸ਼ੁਰੂ ਕਰੋ। ਉਸ ਤੋਂ ਬਿਨਾ ਇਹ ਤਾਂ ਅਸੀਂ ਇਨਫਰਾਸਟ੍ਰਕਚਰਲ ਚੇਂਜਸ, ਅਸੀਂ ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾਉਣਾ ਜੀ ਜੀ, ਔਰ ਬੜਾ ਮੇਰੀ ਜ਼ਿੰਦਗੀ ਦੇ ਵਿੱਚ ਬੜਾ ਕਮਾਲ ਦਾ ਕਿੱਸਾ ਹੈ ਜੀ ਜੀ। ਅਸੀਂ ਇਹ ਸਕੂਲ ਬਣਾ ਲਿਆ, ਜਦੋਂ ਬਣਾ ਲਿਆ ਤੇ ਉਸ ਤੋਂ ਬਾਅਦ ਇਹ ਜਦੋਂ ਬਣ ਰਿਹਾ ਸੀ ਪ੍ਰੋਸੈਸ, ਸ਼ੁਰੂ ਅਸੀਂ ਕਿਵੇਂ ਕੀਤਾ, ਅਸੀਂ ਕਨਵਰਜੈਂਸ ਆਫ ਸਕੀਮਸ ਕਰ ਲਈਆਂ ਜੀ ਜੀ। ਅਸੀਂ ਪਹਿਲਾਂ ਸਾਡੇ ਕੋਲੇ ਸਿੰਗਲ ਪੈਨ ਹੀ ਨਹੀਂ ਸੀ ਸਕੂਲ ਨੂੰ ਬਣਾਉਣ ਵੇਲੇ, ਜਦੋਂ ਅਸੀਂ ਸੋਚਿਆ ਸੀ ਜੀ ਜੀ, ਉਦੋਂ ਅਸੀਂ ਸਕੂਲ ਦਾ ਗੋਸ਼ਾ ਪਲਾਨ ਕਰ ਲਿਆ। ਇੱਥੇ ਇੱਥੇ ਮਲਟੀਪਰਪਸ ਹਾਲ ਬਣੂਗਾ, ਇੱਥੇ ਲਾਇਬ੍ਰੇਰੀ ਬਣੂਗੀ, ਇੱਥੇ ਕੰਪਿਊਟਰਸ ਲੈਬ ਬਣੂਗੀ, ਇੱਥੇ ਪਾਰਕ ਬਣਨਗੇ। ਮੇਰੇ ਨਾਲ ਵਾਲੇ ਵੀ ਕਈ ਵਾਰੀ ਕਹਿੰਦੇ ਯਾਰ ਆਪਾਂ ਕੁਝ ਜ਼ਿਆਦਾ ਨਹੀਂ ਕਰੀ ਜਾਂਦੇ। ਮੈਂ ਯਾਰ ਕੁਛ ਨਹੀਂ, ਆਪਾਂ ਸਾਰੇ ਰਲ ਕੇ ਰਹੋ, ਇਹ ਕੰਮ ਹੋ ਜਾਊਗਾ। ਫਿਰ ਅਸੀਂ ਕੀ ਕੀਤਾ, ਅਸੀਂ ਉਹਨਾਂ ਲੋਕਾਂ ਕੋਲੇ ਅਪਰੋਚ ਕਰੀ ਜਿਹੜੇ ਉਸ ਕੰਮ ਦੇ ਵਿੱਚ ਸਾਡੀ ਮਦਦ ਕਰ ਸਕਦੇ ਸੀ ਜੀ। ਨਰੇਗਾ ਸੀ, ਫਿਰ ਅਸੀਂ ਜ਼ਿਲ੍ਹਾ ਪਰਿਸ਼ਦ ਕੋਲੇ ਗਏ, ਬਹੁਤ ਸਾਰੇ ਕੰਮ ਇਹੋ ਜਿਹੇ ਸੀ ਜਿਹੜੇ ਜ਼ਿਲ੍ਹਾ ਪਰਿਸ਼ਦ ਹੀ ਕਰ ਸਕਦੀ ਸੀ, ਉਹਨਾਂ ਨੇ ਸਾਡੀ ਮਦਦ ਕੀਤੀ। ਫਿਰ ਅਸੀਂ ਪਿੰਡ ਕੋਲ, ਪੰਚਾਇਤ ਕੋਲੇ ਗਏ। ਮਤਲਬ ਅਨਬਲੀਵੇਬਲ ਗੱਲ ਸੀ, 2012, 13, 14 ਦੇ ਵਿੱਚ ਜੀ ਉਹਨਾਂ ਨੇ ਤਕਰੀਬਨ 3 ਤੋਂ 3.5 ਲੱਖ ਰੁਪਇਆ ਛੋਟੇ ਜਿਹੇ ਪਿੰਡ ਦੇ ਵਿੱਚੋਂ ਡੋਨੇਸ਼ਨ ਆਈ, ਡੋਨੇਸ਼ਨ ਸਕੂਲ ਲਈ। ਹਾਂ, ਉਹ ਲਾਇਬ੍ਰੇਰੀ ਜਿਹੜੀ ਤੁਸੀਂ ਜ਼ਿਕਰ ਕੀਤਾ, ਉਹ ਸਾਰੇ ਦੀ ਸਾਰੀ ਡੋਨੇਸ਼ਨ ਤੇ ਬਣੀ ਹੋਈ ਹੈ, ਉਹ ਗਵਰਨਮੈਂਟ ਦੀ ਸਿੰਗਲ ਪੈਨੀ ਵੀ ਕੰਜ਼ਿਊਮ ਨਹੀਂ ਹੋਈ। ਕੀ ਬਾਤ ਜੀ। ਅੱਛਾ, ਫਿਰ ਅਸੀਂ ਇਸ ਚੀਜ਼ ਨੂੰ, ਇਹ ਤਾਂ ਸੀ ਇਨਫਰਾਸਟ੍ਰਕਚਰਲ ਚੇਂਜਸ। ਫਿਰ ਅਸੀਂ ਸੋਚਿਆ ਵੀ ਇੱਕ ਨਾਕਾਫੀ ਹੈ, ਬੱਚਿਆਂ ਦੇ ਉੱਤੇ ਫੋਕਸ ਕੀਤਾ ਜਾਵੇ। ਫਿਰ ਅਸੀਂ ਬੱਚਿਆਂ ਲਈ TLMs ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਜੋ ਬੱਚਾ ਹਰ ਵਕਤ ਕੁਝ ਨਾ ਕੁਝ ਸੋਚੇ, ਦੇਖੇ ਤੇ ਉਹ ਸਿੱਖੇ। TLM ਟੀਚਿੰਗ ਲਰਨਿੰਗ ਮਟੀਰੀਅਲ ਜਿਹਨੂੰ ਕਹਿੰਦੇ ਹੈਗੇ। ਤੇ ਅਸੀਂ ਮੈਂ ਤੁਹਾਨੂੰ ਕਈ ਵਾਰੀ ਹਾਸੇ ਵਾਲੀ ਗੱਲ ਦੱਸਦਾ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਲਾਈਟ ਨਹੀਂ ਹੈਗੀ ਸੀ। ਅੱਛਾ ਜੀ। ਮਾਨਸਾ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਲਾਈਟ ਕਿਤੇ ਨਹੀਂ ਸੀ। ਉਹ ਉਦੋਂ ਬਾਅਦ ਬਣੀਆਂ ਮਾਨਸਾ ਕੈਂਚੀਆਂ DC ਰੈਜ਼ੀਡੈਂਸ ਦੇ ਉੱਤੇ। ਉਦੋਂ ਪਹਿਲਾਂ ਅਸੀਂ ਸਕੂਲ ਦੇ ਵਿੱਚ ਮੂਵੇਬਲ ਬਿਲਕੁਲ ਵਰਕਿੰਗ ਟ੍ਰੈਫਿਕ ਪਾਰਕ ਬਣਾਇਆ 4 ਲਾਈਟਾਂ ਲਾ ਕੇ। ਕੀ ਬਾਤ। ਉਹਦੇ ਵਿੱਚ ਸਾਡਾ ਕਈ ਲੋਕਾਂ ਦਾ ਕੰਟਰੀਬਿਊਸ਼ਨ ਵੀ ਰਿਹਾ, ਬਹੁਤ ਸਾਰੇ ਲੋਕਾਂ ਦੀ ਸਾਨੂੰ ਰਾਏ ਵੀ ਲੈਣੀ ਪਈ। ਤੇ ਇਸ ਤੋਂ ਇਲਾਵਾ ਫਿਰ ਅਸੀਂ ਇਹਨਾਂ ਬੱਚਿਆਂ ਦੀ ਜਿਹੜੀ ਕੰਪਿਊਟਰ ਲੈਬ ਸੀ ਜੀ, ਕੰਪਿਊਟਰ ਲੈਬ ਬੇਸਿਕਲੀ 14ਵੇਂ ਵਿੱਤ ਕਮਿਸ਼ਨ ਦਾ ਵਿਆਜ ਪਿਆ ਸੀ ਜ਼ਿਲ੍ਹਾ ਪਰਿਸ਼ਦ ਕੋਲੇ ਜੀ ਜੀ। ਅਸੀਂ ਉਹਨਾਂ ਕੋਲੇ ਅਪਰੋਚ ਕੀਤੀ, ਅਸੀਂ ਕਿਹਾ ਵੀ ਜੇ ਤੁਹਾਡੇ ਕੋਲੇ ਵਿਆਜ ਪਿਆ ਹੈ, ਤੁਸੀਂ ਖਰਚ ਸਕਦੇ ਹੋ, ਤੁਸੀਂ ਸਾਨੂੰ ਐਦਾਂ ਕਰੋ, ਤੁਸੀਂ ਸਿਰਫ ਸਾਨੂੰ ਕੰਪਿਊਟਰ ਲੈ ਕੇ ਦੇ ਦਿਓ, ਕਮਰੇ ਦਾ ਅਰੇਂਜਮੈਂਟ ਅਸੀਂ ਆਪ ਕਰਾਂਗੇ। ਕੀ ਬਾਤ। ਪੰਚਾਇਤ ਨੂੰ ਅਸੀਂ ਕਿਹਾ ਵੀ ਯਾਰ ਉਹਨਾਂ ਕੋਲ ਇੱਟਾਂ ਪਈਆਂ ਸੀ, ਕਿਤੇ ਬਰੇਤੀ ਬਚੀ ਪਈ ਸੀ, ਕੁਝ ਸਾਡੇ ਕੋਲੇ ਮਟੀਰੀਅਲ ਪਿਆ ਸੀ, ਅਸੀਂ ਇੱਕ ਕੋਰੀਡੋਰ ਨੂੰ ਕਮਰਾ ਬਣਾ ਲਿਆ, ਉਹਨਾਂ ਨੇ ਸਾਨੂੰ ਕੰਪਿਊਟਰ ਦੇ ਦਿੱਤੇ, ਕੰਪਿਊਟਰ ਲੈਬ ਬਣ ਗਈ ਜੀ। ਉਹ ਸਾਰਾ ਕੁਝ ਬਣਨ ਤੋਂ ਬਾਅਦ ਇੱਕ ਬੜਾ ਹੋਰ ਦਿਲਚਸਪ ਕਿੱਸਾ ਇਹ ਹੋਇਆ ਕਿ ਉਹਦੀ 4 ਦੀਵਾਰੀ ਨਹੀਂ ਸੀ ਸਕੂਲ ਦੀ। ਤੇ 4 ਦੀਵਾਰੀ ਜਿਹੜੀ ਅਸੀਂ ਆਪਦੇ ਜੋ ਬਣਾਇਆ ਸੀ ਪ੍ਰੋਜੈਕਟ, ਉਹਦੇ ਵਿੱਚ ਅਸੀਂ ਹਿੱਸੇ ਪਾਈ ਸੀ ਐਜੂਕੇਸ਼ਨ ਡਿਪਾਰਟਮੈਂਟ ਦੇ। ਅਸੀਂ ਵਾਰ-ਵਾਰ ਉਹਨਾਂ ਨੂੰ ਅਪਰੋਚ ਕਰ ਰਹੇ ਸੀ ਵੀ ਤੁਸੀਂ ਸਾਡੀ ਜਿਹੜੀ ਬਾਉਂਡਰੀ ਵਾਲ ਹੈ ਉਸ ਨੂੰ ਅਪਰੂਵ ਕਰੋ ਜੀ। ਉਹ ਵਾਰ-ਵਾਰ ਅਫਸਰ ਹੁੰਦੇ ਨੇ, ਉਹਨਾਂ ਦਾ ਆਪਣਾ ਇੱਕ ਸੋਚਣ ਦਾ ਦਾਇਰਾ ਮਤਲਬ ਵਿਸ਼ਾ ਹੁੰਦਾ। ਉਹ ਕਹਿੰਦੇ ਵੀ ਤੁਸੀਂ ਵਾਰ-ਵਾਰ ਇੱਦਾਂ ਅਪਰੋਚ ਕਿਉਂ ਕਰ ਰਹੇ ਹੋ?
ਮੈਂ ਉਹਨਾਂ ਨੂੰ ਕਹਿ ਬੈਠਿਆ ਮਹਾਂ ਜੀ ਦੇਖੋ ਗੱਲ ਇਹ ਹੈ ਵੀ ਤੁਸੀਂ ਮੇਰੇ ਸਕੂਲ ਆ ਜਾਓ, ਠੀਕ ਹੈ, ਸਾਡੇ ਸਕੂਲ ਆ ਜਾਓ ਮੰਗਾਣੀਆਂ। ਜੇ ਤੁਹਾਨੂੰ ਸਕੂਲ ਦੇਖ ਕੇ ਲੱਗੇ ਵੀ ਇਹਨੂੰ ਬਾਉਂਡਰੀ ਬਾਲ ਦੀ ਜ਼ਰੂਰਤ ਨਹੀਂ ਹੈ ਤਾਂ ਨਹੀਂ ਮੰਗਦੇ, ਤਾਂ ਮੁੜ ਕੇ ਤੁਹਾਡੇ ਕੋਲੇ ਆਉਂਦੇ ਨਹੀਂ ਅਸੀਂ। ਠੀਕ ਹੈ। ਮੈਨੂੰ ਖੈਰ ਮੇਰੇ ਤੋਂ ਬੜੇ ਸੀਨੀਅਰ ਸੀਗੇ ਔਰ ਬਹੁਤ ਮਾਣਯੋਗ ਸ਼ਖਸੀਅਤ ਸੀ। ਮੈਂ ਤਾਂ ਉਹਨਾਂ ਦਾ ਅਜ਼ੀਜ਼ ਹਾਂ, ਬੱਚਿਆਂ ਵਰਗਾ। ਮੈਨੂੰ ਕਹਿੰਦੇ ਯਾਰ ਦਿਨੇਸ਼ ਬੇਟੇ, ਮੈਂ ਖੁਦ ਹੀ ਸੀ, ਮੈਂ ਤੇ ਸ਼ਾਇਦ ਗੁਰਨੈਬ ਸੀ, ਕਿਉਂਕਿ ਸਾਡੀ ਉੱਥੇ ਟੀਮ ਸੀ, ਇਕੱਲੇ ਬੰਦੇ ਦੇ ਕੰਮ ਨਹੀਂ ਸੀ। ਗੁਰਨੈਬ ਸੀ, ਹਰਪਾਲ ਸੀ, ਅਮਰਤਵੀਰ ਸੀ, ਰਾਮਪਾਲ ਸੀ, ਅਸੀਂ 5 ਜਣਾਂ ਦੀ ਟੀਮ ਸੀ। ਮੈਂ ਤੇ ਗੁਰਨੈਬ ਸੀ ਸ਼ਾਇਦ। ਸਾਨੂੰ ਕਹਿੰਦਾ ਵੀ, ਮੈਨੂੰ ਜਾਣਦਾ ਸੀ ਪਰਸਨਲੀ, ਜਾਣਦੇ ਸੀ ਮੈਨੂੰ ਕਹਿੰਦੇ ਵੀ ਦਿਨੇਸ਼ ਗੱਲ ਵੱਡੀ ਕਰਤੀ। ਮੈਂ ਸਰ ਕੋਈ ਗੱਲ ਨਹੀਂ, ਆਪਾਂ ਸਵੇਰੇ ਦੇਖਾਂਗੇ, ਤੁਸੀਂ ਆ ਜਾਓ। ਅੱਛਾ, ਉਹ ਵਾਅਦੇ ਦੇ ਪੱਕੇ ਰਹੇ ਸਰ। ਉਹ ਸਵੇਰੇ 8:15 ਵਜੇ ਨੂੰ ਸਕੂਲ ਆ ਗਏ ਜੀ। ਆ ਕੇ ਸਕੂਲ ਗੇਟ ਤੇ ਖੜ ਗਏ। ਜਦੋਂ ਉਹਨਾਂ ਨੇ ਗੇਟ ਦੇਖਿਆ, ਗੇਟ ਦੇਖਣ ਸਾਰ ਉਹ ਉੱਥੋਂ ਹੀ ਮੈਨੂੰ ਕਹਿੰਦੇ, ਦੂਰੋਂ ਖੜ ਕੇ ਦੇਖਿਆ, ਪਾਰਕ ਦੇਖੇ, ਸਾਰਾ ਕੁਝ ਦੇਖਿਆ। ਦੇਖ ਕੇ ਮੈਨੂੰ ਕਹਿੰਦੇ ਦਿਨੇਸ਼ ਤੇਰੀ ਗ੍ਰਾਂਟ ਪੱਕੀ ਤੁਹਾਡੀ। ਮੈਂ ਕਿਹਾ ਜੀ ਐ ਨਹੀਂ, ਤੁਸੀਂ ਆਓ, ਇੱਕ ਮਿੰਟ ਤਾਂ ਆਓ। ਕਹਿੰਦੇ ਨਹੀਂ ਯਾਰ ਤੇਰੀ ਗ੍ਰਾਂਟ ਪੱਕੀ। ਮੈਂ ਨਹੀਂ ਸਰ ਐ ਨਹੀਂ। ਕਹਿੰਦੇ ਵੀ ਮੈਂ ਬਰੇਟੇ ਜਾਣਾ। ਮੈਂ ਸਰ ਇੱਦਾਂ ਕਰੋ, ਇੱਦਾਂ ਨਾ ਜਿਵੇਂ ਫਿਰਨੀ ਹੈ ਸਾਡੇ, ਜਿਵੇਂ ਸਕੂਲ ਦਾ ਜਿਹੜਾ ਤੁਸੀਂ ਗਏ ਹੋ ਮੇਨ ਗੇਟ ਹੈ, ਮੇਨ ਗੇਟ ਤੋਂ ਮਾਂ ਜੀ ਤੁਸੀਂ ਇੱਦਾਂ ਕਰ ਦਿਓ ਨਾ, ਇੱਕ ਵਿੱਚ ਦੀ ਗੇੜਾ ਦੇ ਜਾਓ। ਤੁਸੀਂ ਨਾ ਖੜੇ ਹੋ, ਚਾਹ ਨਾ ਪੀਓ, ਪਾਣੀ ਨਾ ਪੀਓ, ਪਰ ਤੁਸੀਂ ਇੱਕ ਵਾਰੀ ਗੇੜਾ ਦੇ ਜਾਓ ਜੀ। ਮੈਂ ਉਹਨਾਂ ਨੂੰ ਗੇੜਾ ਦਵਾਉਂਦੇ ਜਾਂਦੇ, ਮੈਂ ਹੱਸਦਾ ਹੁੰਦਾ ਵੀ ਉਹ ਜਾਂਦੇ 500 ਮੀਟਰ ਬਾਉਂਡਰੀ ਵੱਲ ਸਾਨੂੰ ਦਿਖੇ। ਜੀ। ਮਤਲਬ ਇਹ ਬਹੁਤ ਸਾਰੇ ਐਸੇ ਕੰਮ ਸੀ ਜਿਹੜੇ ਉੱਥੇ ਹੋਏ। ਕੋਈ ਵੀ ਕੰਮ ਕਰਨ ਦੀ ਨੀਅਤ ਅਗਰ ਸਾਡੀ ਹੋਵੇ ਤਾਂ ਮੇਰੇ ਖਿਆਲ 'ਚ ਉਹ ਸੋਰਸਿਸ ਆਪਣੇ ਆਪ ਪੈਦਾ ਬਿਲਕੁਲ ਹੋ ਜਾਏ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਕੋਲ ਵਿਆਜ ਪਿਆ ਸੀ ਕਿਸੇ ਰਕਮ ਦਾ, ਉਹ ਵਿਆਜ ਨੂੰ ਤੁਸੀਂ ਕੰਮ ਦੇ ਵਿੱਚ ਲਿਆ। ਹਾਲਾਂਕਿ ਅਜਿਹੇ ਕੇਸਾਂ ਵਿੱਚ ਦੋਸਤੋ ਅਕਸਰ ਇਹ ਹੁੰਦਾ ਹੈ ਕਿ ਕਿਤੇ ਵੀ ਕੋਈ ਅਜਿਹੀ ਚੀਜ਼ ਹੋਵੇ ਨਾ, ਤਾਂ ਆਪਾਂ ਚਲੋ ਆਪਣੇ ਦੇਸ਼ ਦੇ ਵਿੱਚ ਇੱਕ ਆਮ ਚੀਜ਼ ਹੈ ਕਿ ਹਰ ਚੀਜ਼ ਨੂੰ ਕੁਛ ਖਾਣ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਲਾਉਣ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾਂਦਾ। ਇੱਥੇ ਤੁਸੀਂ ਪੋਜ਼ੀਟਿਵ ਇੱਕ ਸੋਚ ਕਾਇਮ ਕੀਤੀ ਕਿ ਆਪਾਂ ਇਸ ਤਰੀਕੇ ਨਾਲ ਕੰਮ ਕਰੀਏ ਤਾਂ ਇਹ ਸਾਡੇ ਲਈ ਲਾਹੇਵੰਦ ਹੋ ਸਕਦਾ। ਤਾਂ ਬੜੀਆਂ ਯੂਨੀਕ ਜਿਹੀਆਂ ਗੱਲਾਂ ਤੁਸੀਂ ਕਰ ਰਹੇ ਹੋ ਜੋ ਸਕੂਲ ਦੇ ਵਿੱਚ ਹੋ ਰਹੀਆਂ ਨੇ। ਤਾਂ ਮੈਂ ਚਾਹੂੰਗਾ ਕੋਈ ਹੋਰ ਅਜਿਹਾ ਕਿੱਸਾ ਵੀ ਸਾਡੇ ਨਾਲ ਸ਼ੇਅਰ ਕਰੋ ਤੁਸੀਂ, ਜੋ ਤੁਹਾਡੀ ਇਸ ਤੁਸੀਂ ਗੱਲ ਕੀਤੀ ਕਿ ਤੁਸੀਂ ਪੈਸੇ ਖਾਣ ਦਾ ਜੋ ਵੀ ਹੈ ਸੋਸਾਇਟੀ ਦਾ ਬੈਡ ਪਾਰਟ ਹੈ। ਜੀ। ਤੁਸੀਂ ਸਰ ਉੱਥੇ ਨਾ ਸਾਡੇ ਨਾਲ ਅਸੀਂ ਲਿਖ ਕੇ ਲਾਇਆ ਸ਼ੀਸ਼ੇ ਤੇ ਵੀ ਕਿਹੜਾ ਬੰਦਾ ਕਿੰਨੇ ਪੈਸੇ ਦੇ ਕੇ ਗਿਆ। ਜਿਹੜਾ ਉੱਥੇ ਪਹਿਲੇ 5 ਬੰਦੇ ਨੇ, ਦੀ ਫਸਟ ਪਰਸਨ, ਜਿਹੜੇ ਪਹਿਲੇ 5 ਬੰਦੇ ਨੇ ਉਹ ਸਾਡੇ ਸਾਰੇ 5 ਸਟਾਫ ਮੈਂਬਰ ਨੇ। 2011 ਦੇ ਵਿੱਚ ਅਸੀਂ 6100 ਰੁਪਈਆ ਅਸੀਂ ਪਹਿਲਾਂ ਖੁਦ ਡੋਨੇਟ ਕੀਤਾ। ਚੈਰਿਟੀ ਬਿਗਨਸ ਐਟ ਹੋਮ ਸਾਡਾ ਇਹ ਪਹਿਲਾ ਨਾਰਾ ਸੀ ਜੀ। ਬਿਲਕੁਲ ਵੀ ਚੈਰਿਟੀ ਬਿਗਨਸ ਐਟ ਹੋਮ, ਜਿਹੜੀ ਦਾਨ ਹੈ ਉਹ ਪਹਿਲਾਂ ਹਮੇਸ਼ਾ ਘਰੋਂ ਸ਼ੁਰੂ ਹੁੰਦਾ। ਸਾਡੇ ਨਾਲ ਉਦੋਂ 5 ਸਟਾਫ ਟੀਚਰ ਸੀਗੇ, 5 ਮੈਂਬਰ ਸੀ। ਪੰਜਾਂ ਦੇ ਗੁਰਨੈਬ, ਰਾਮਪਾਲ, ਹਰਪਾਲ, ਅਮਰਤਵੀਰ, ਸੁਨੀਤਾ ਮੈਡਮ, ਸਾਰੇ ਜਣਿਆਂ ਦਾ ਪਹਿਲਾ 6100 ਰੁਪਈਆ ਸਾਡਾ ਜੀ। ਈਵਨ ਕਿ ਮਤਲਬ ਮੈਂ ਜੋ ਆਪਾਂ ਉਦੋਂ ਚੱਲਦੇ ਸੀ, ਉਦੋਂ ਹਰ ਰੋਜ਼ ਇੱਕ ਨਵਾਂ, ਮੈਨੂੰ ਕਈ ਵਾਰੀ ਐਂ ਵੀ ਲੱਗਦਾ ਹੁੰਦਾ ਵੀ ਅਸੀਂ ਕਈ ਚੀਜ਼ਾਂ ਦਾ ਢਾਹ ਕੇ ਵੀ ਬਣਾਈਆਂ ਜੀ। ਕਿਉਂਕਿ ਦਰਅਸਲ 2010 ਤੱਕ ਇਸ ਸਕੂਲ ਨੂੰ ਸੁੰਦਰ ਬਣਾਉਣ ਦਾ ਕਨਸੈਪਟ ਹੀ ਹੈ ਨਹੀਂ ਸੀ। ਸਕੂਲ ਸੁੰਦਰ ਵੀ ਹੁੰਦਾ ਹੈ, ਇਹ ਸੋਚਿਆ ਹੀ ਨਹੀਂ ਜਾਂਦਾ ਸੀ ਜੀ। ਪਰ ਅਸੀਂ ਉਹ ਉਲਟੇ ਪਾਸੋਂ ਕੰਮ ਸ਼ੁਰੂ ਕੀਤਾ। ਅਸੀਂ ਕਿਹਾ ਵੀ ਜੇ ਆਪਾਂ ਸਕੂਲ ਦੀ ਬਿਹਤਰੀ ਲਈ ਕੁਝ ਕਰਨਾ ਹੈ ਤਾਂ ਪਹਿਲਾਂ ਸਕੂਲ ਨੂੰ ਸੋਹਣਾ ਬਣਾਇਆ ਜਾਊਗਾ, ਫਿਰ ਉਹਨੂੰ ਲੋਕ ਦੇਖ ਕੇ ਆਣਗੇ, ਫਿਰ ਉੱਥੇ ਪੜ੍ਹਾਈ ਚੱਲੂਗੀ, ਫਿਰ ਉਹ ਸਕੂਲ ਦਾ ਕਨਸੈਪਟ ਪੂਰਾ ਹੋਊਗਾ। ਅਗਲਾ ਕੰਮ ਉਸ ਤੋਂ ਬਾਅਦ 'ਚ ਹੈ। ਤੁਸੀਂ ਜਿਸ ਤਰ੍ਹਾਂ ਦਿਨੇਸ਼ ਜੀ ਗੱਲ ਕੀਤੀ ਕਿ ਤੁਸੀਂ ਖੁਦ ਪਹਿਲਾਂ ਡੋਨੇਟ ਕੀਤਾ ਸਕੂਲ ਦੇ ਲਈ, ਅਤੇ ਇੱਥੇ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਕਿਸੇ ਵੀ ਜਗ੍ਹਾ 'ਤੇ ਖੁਦ ਆਪਣਾ ਧਨ ਇਨਵੈਸਟ ਕਰਦੇ ਹਾਂ ਤਾਂ ਆਪਣਾ ਧਿਆਨ ਜਾਂਦਾ ਹੀ ਜਾਂਦਾ। ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਰ ਅਜਿਹੇ ਕੰਮ 'ਤੇ ਪੋਜ਼ੀਟਿਵ ਕੁਛ ਵੇ ਰੱਖਦੇ ਹਾਂ ਤਾਂ ਉਹਦੇ 'ਚ ਆਪਣਾ ਯੋਗਦਾਨ ਵੀ ਅਸੀਂ ਜ਼ਰੂਰ ਪਾਈਏ। ਬਿਲਕੁਲ। ਤਾਂ ਦਿਨੇਸ਼ ਜੀ ਇੱਕ ਮਿੰਟ ਰੋਕੀ। ਜੀ ਦਿਨੇਸ਼ ਜੀ, ਕਾਫੀ ਵਧੀਆ ਗੱਲਾਂ ਤੁਹਾਡੇ ਨਾਲ ਹੋ ਰਹੀਆਂ ਨੇ। ਦਿਨੇਸ਼ ਜੀ, ਕਾਫੀ ਅੱਛੀ ਵਾਰਤਾਲਾਪ ਤੁਹਾਡੇ ਨਾਲ ਹੋ ਰਹੀ ਹੈ। ਮੇਰਾ ਦਿਲ ਕਰ ਰਿਹਾ ਕਿ ਹੋਰ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂ। ਖੈਰ ਕੁਛ ਮਿੰਟ ਹੋਰ ਤੁਹਾਡੇ ਨਾਲ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇੱਕ ਸਵਾਲ ਤੁਹਾਡੇ ਤੋਂ ਕਰਨਾ ਚਾਹੂੰਗਾ,
ਤੁਸੀਂ ਇੱਕ ਮਾਣ ਮੱਤਾ ਅਵਾਰਡ ਹਾਸਲ ਕੀਤਾ ਹੈ, ਸਰਕਾਰ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਤੁਹਾਡੀਆਂ ਪ੍ਰਾਪਤੀਆਂ 'ਤੇ। ਤਾਂ ਕੁਛ ਮਾਣ ਪੱਤੇ ਪਲ ਉਹ ਹੁੰਦੇ ਨੇ ਜਿਨ੍ਹਾਂ ਨੂੰ ਫੀਲ ਕਰਕੇ ਸਾਨੂੰ ਵੀ ਗਰਵ ਮਹਿਸੂਸ ਹੁੰਦਾ, ਸਾਨੂੰ ਵੀ ਬੜਾ ਪ੍ਰਾਊਡ ਹੁੰਦਾ। ਉਹ ਹੁੰਦਾ ਹੈ ਕਿ ਜਦੋਂ ਤੁਸੀਂ ਜਿਸ ਅਹੁਦੇ 'ਤੇ ਬੈਠੇ ਹੋ, ਉਹ ਅਹੁਦੇ 'ਤੇ ਬੈਠ ਕੇ ਤੁਹਾਡਾ ਕੰਮ ਕੀ ਹੈ, ਤੁਹਾਡਾ ਮੇਨ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ। ਅਤੇ ਤੁਹਾਡੇ ਪੜ੍ਹਾਏ ਹੋਏ ਬੱਚੇ ਜਦੋਂ ਕਿਤੇ ਤਰੱਕੀ ਕਰਦੇ ਤੁਸੀਂ ਵੇਖਦੇ ਹੋ, ਜਦੋਂ ਕਿਤੇ ਕੋਈ ਪ੍ਰਾਪਤੀ ਕਰਦੇ ਤੁਸੀਂ ਵੇਖਦੇ ਹੋ, ਤਾਂ ਤੁਹਾਡੇ ਲਈ ਮੇਰੇ ਖਿਆਲ 'ਚ ਸਭ ਤੋਂ ਵੱਡਾ ਅਵਾਰਡ ਤਾਂ ਉਹੀ ਹੁੰਦਾ। ਤਾਂ ਅਜਿਹਾ ਉਹ ਮਾਣ ਮੱਤਾ ਪਲ ਸਾਡੇ ਨਾਲ ਸਾਂਝਾ ਕਰੋ ਜਦੋਂ ਤੁਹਾਡੇ ਬੱਚਿਆਂ ਨੇ ਕੁਝ ਅਚੀਵਮੈਂਟਸ ਕੀਤੀਆਂ ਹੋਣ, ਜਾਂ ਕਿੰਨਾ ਬੱਚਿਆਂ ਨੇ ਤੁਹਾਡੇ ਸਕੂਲ ਦਿਆਂ ਨੇ ਅਚੀਵਮੈਂਟਸ ਕੁਝ ਖਾਸ ਕੀਤੀਆਂ ਨੇ। ਕਮਲ ਜੀ, ਅਕੈਡੈਮਿਕਲੀ ਜੇ ਮੈਂ ਗੱਲ ਕਰਾਂ, ਅਕਾਦਮਿਕ ਤੌਰ 'ਤੇ ਸਾਡੇ ਲਈ, ਖਾਸ ਕਰ ਪ੍ਰਾਇਮਰੀ ਟੀਚਰਸ ਦੇ ਲਈ ਇੱਕ ਬੈਂਚਮਾਰਕ ਇਹ ਹੈ ਕਿ ਕੀ ਤੁਹਾਡੇ ਬੱਚਿਆਂ ਨੇ ਨਵੋਦਿਆ ਦੀ ਪ੍ਰੀਖਿਆ ਕਰੈਕ ਕੀਤੀ, ਕਿਉਂਕਿ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਬੱਚਿਆਂ ਨੂੰ ਬਿਠਾਇਆ ਜਾਂਦਾ ਔਰ ਉਹਦਾ ਟੈਸਟ ਲਿਆ ਜਾਂਦਾ। ਬਿਲਕੁਲ। ਪਿਛਲੇ ਸਾਲ ਮੇਰੇ ਕੋਲੇ 5th ਸੀ, ਕਿਉਂਕਿ ਉਹ 5 ਸਾਲਾਂ ਬਾਅਦ ਆਉਂਦੀ ਹੈ ਰੋਟੇਸ਼ਨ ਮੁਤਾਬਕ, ਅਤੇ ਮੇਰੀ ਬੱਚੀ ਨੇ ਨਵੋਦਿਆ ਦਾ ਜਿਹੜਾ ਟੈਸਟ ਸੀ ਉਹ ਕਰੈਕ ਕੀਤਾ, ਔਰ ਉਹ ਕੁੜੀ ਅੱਜ ਕੱਲ੍ਹ 7th ਕਲਾਸ ਦੇ ਵਿੱਚ ਉੱਥੇ ਨਵੋਦਿਆ ਦੇ ਵਿੱਚ ਪੜ੍ਹ ਰਹੀ ਹੈ। ਇਸ ਤੋਂ ਇਲਾਵਾ ਮੇਰੇ ਬੱਚੇ ਡਿਸਟ੍ਰਿਕਟ ਲੈਵਲ ਤੱਕ ਖੇਡਾਂ 'ਚ ਵੀ, ਮੇਰੀ ਆਪਣੀ ਕਲਾਸ ਦੇ ਬੱਚੇ ਵੀ, ਸਾਡੇ ਸਕੂਲ ਦੇ ਬੱਚੇ ਤਾਂ ਚਲੋ ਗਏ ਹੀ ਗਏ, ਭਾਸ਼ਣ 'ਚ, ਇਸ ਤੋਂ ਇਲਾਵਾ ਪੇਂਟਿੰਗ ਦੇ ਵਿੱਚ ਜੀ। ਮਤਲਬ ਮੇਰੇ ਬੱਚੇ 4th 5ਵੀਂ 'ਚ ਲਗਾਤਾਰ 2 ਸਾਲ ਭਾਸ਼ਣ 'ਚ ਵੀ ਬਲਾਕ ਦੇ ਵਿੱਚ ਚੰਗੀ ਪੋਜੀਸ਼ਨ 'ਚ ਸੀਗੇ, ਔਰ ਪੇਂਟਿੰਗ ਦੇ ਵਿੱਚ ਵੀ ਅੱਛੀ ਪੋਜੀਸ਼ਨ 'ਚ ਸੀਗੇ। ਇਸ ਤੋਂ ਇਲਾਵਾ ਅਸੀਂ ਕਈ ਸਾਲ ਸਾਡੀ ਮਲਵਈ ਗਿੱਧੇ ਦੀ ਟੀਮ ਨੇ ਵੀ ਕੰਮ ਕੀਤਾ ਜੀ। ਅਸੀਂ ਬੱਚਿਆਂ ਤੋਂ ਮਲਵਈ ਗਿੱਧਾ ਤਿਆਰ ਕਰਾਇਆ ਅਤੇ ਉਹ ਬੱਚੇ ਪਰਫਾਰਮ ਕਰਦੇ ਸੀ। ਮੈਂ ਖੁਦ ਵੀ ਪਰਫਾਰਮ ਕੀਤਾ ਜੀ ਲੰਬਾ ਸਮਾਂ, ਈਵਨ ਕਿ ਸ਼੍ਰੀਲੰਕਾ ਤੱਕ ਵੀ ਜੀ। ਮੈਂ ਮਤਲਬ ਮੇਰੀ ਕੋਸ਼ਿਸ਼ ਇਹ ਰਹੀ ਕਿ ਵੀ ਜੋ ਗੁਣ ਮੇਰੇ 'ਚ ਕੋਈ ਕਿਸੇ ਨੇ, ਮੇਰੇ ਟੀਚਰ ਨੇ ਮੈਨੂੰ ਦਿੱਤਾ ਹੈ, ਤਾਂ ਮੈਂ ਕੋਸ਼ਿਸ਼ ਕਰਾਂ ਵੀ ਉਹ ਮੇਰੇ ਬੱਚਿਆਂ ਦੇ ਵਿੱਚ ਵੀ ਟ੍ਰਾਂਜ਼ਿਟ ਹੋ ਜੇ, ਕਿਉਂਕਿ ਔਰ ਸਾਡਾ ਕਾਰੋਬਾਰ ਹੀ ਇਹ ਹੈ। ਬਿਲਕੁਲ। ਅਤੇ ਤੁਸੀਂ ਗੱਲ ਕੀਤੀ ਕਿ ਤੁਸੀਂ ਖੁਦ ਪਰਫਾਰਮ ਕੀਤਾ, ਤੁਹਾਡੇ ਖੁਦ ਪਰਫਾਰਮ ਤੋਂ ਮੇਰੇ ਧਿਆਨ 'ਚ ਆਇਆ ਕਿ ਤੁਸੀਂ ਬਹੁਤ ਅੱਛੇ ਲੇਖਕ ਵੀ ਹੈਗੇ ਹੋ, ਔਰ ਤੁਹਾਡੀਆਂ ਲੇਖਨ ਪ੍ਰਤਿਭਾ ਦੇ ਵਿੱਚ ਕਾਫੀ ਪ੍ਰਾਪਤੀਆਂ ਹੈਗੀਆਂ ਨੇ, ਅਤੇ ਮੇਰੇ ਖਿਆਲ 'ਚ ਤੁਹਾਡੀਆਂ ਕੁਝ ਬੁੱਕਸ ਵੀ ਆਈਆਂ ਨੇ। ਥੋੜ੍ਹੀ ਉਹ ਵੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਓ। ਹਾਂਜੀ ਕਮਲ ਜੀ, ਮੈਂ ਇਸ ਗੱਲ ਦਾ ਸ਼੍ਰੇ ਵੀ ਮੰਘਾਣੀਆਂ ਸਕੂਲ ਨੂੰ ਦੇਵਾਂਗਾ ਜੀ। ਮੈਂ 2010 ਦੇ ਵਿੱਚ ਜਦੋਂ ਉੱਥੇ ਗਿਆ ਨਾ, ਸ਼ਾਇਦ ਆਈ ਥਿੰਕ ਮੇਰੀ ਲਾਈਫ ਚੇਂਜ ਹੋ ਗਈ। ਮੈਂ ਐਡਾ ਅੱਛਾ ਕੋਈ ਪੜ੍ਹਨ ਵਾਲਾ ਬੱਚਾ ਨਹੀਂ ਸੀ, ਮੈਂ ਮਤਲਬ ਐਵਰੇਜ ਸਟੂਡੈਂਟ ਸੀ ਜੀ। ਜਦੋਂ ਮੈਂ ਉੱਥੇ ਗਿਆ ਅਤੇ ਉੱਥੇ ਗੁਰਨੈਬ, ਨੋ ਡਾਊਟ ਬਹੁਤ ਕਮਾਲ ਦਾ ਇਨਸਾਨ ਹੈ, ਪੜ੍ਹਨ ਦੇ ਲੇਖਕ ਵੀ ਵਧੀਆ ਨੇ। ਉੱਥੇ ਮੈਨੂੰ ਸਾਡੇ ਸਾਹਮਣੇ ਹਾਈ ਸਕੂਲ ਵਾਲੇ ਸਟਾਫ ਮਿਲਿਆ, ਉਹ ਵੀ ਬੜੇ ਮੇਰੇ ਨੇੜਲੇ ਮਿੱਤਰ ਬਣੇ। ਉੱਥੇ ਜਿਹੜੇ ਹੋਰ ਵੀ ਮਿੱਤਰ ਬਣੇ, ਉਹ ਸਾਰੇ ਲੋਕ ਕਿਤੇ ਨਾ ਕਿਤੇ ਪੜ੍ਹਾਉਣ ਨਾਲ ਬੜੇ ਜੁੜੇ ਹੋਏ ਸੀ, ਯਾਨੀ ਕਿ ਸੰਗਤ ਦਾ ਅਸਰ ਪੈ ਗਿਆ ਉੱਥੇ। ਬਿਲਕੁਲ। ਮੈਂ ਉਸ ਤੋਂ ਬਾਅਦ ਪੜ੍ਹਨਾ ਸ਼ੁਰੂ ਕਰਿਆ ਜੀ। ਇੱਕ ਦਿਨ ਮੈਂ ਰੂਟੀਨ ਦੇ ਵਿੱਚ ਕਿਸੇ ਵਿਸ਼ੇ 'ਤੇ ਗੱਲ ਕਰ ਰਿਹਾ ਸੀ, ਜਿਵੇਂ ਅਸੀਂ ਹਾਫ ਟਾਈਮ 'ਚ ਬੈਠੇ ਸੀ ਜੀ। ਗੱਲ ਚੱਲ ਰਹੀ ਸੀ ਕਿ ਪੋਲੀਟੀਕਲ ਪਾਰਟੀਆਂ ਦਾ ਕੀ ਸੈਟਅਪ ਹੈ, ਉਹ ਕਿੱਦਾਂ ਸੋਚਦੇ ਹੈਗੇ ਆ। ਧਾਰਾ ਪ੍ਰਭਾਵ ਵੈਸੇ ਹੀ ਮੈਂ ਕਿਤੇ ਗੱਲ ਕੀਤੀ, ਅਤੇ ਜਦੋਂ 20 ਮਿੰਟ 15 ਮਿੰਟ ਮੈਂ ਗੱਲ ਕੀਤੀ, ਗੁਰਨੈਬ ਮੈਨੂੰ ਪੌਜ਼ ਦਿੱਤਾ, ਮੈਨੂੰ ਕਹਿੰਦਾ ਰੁਕ ਯਾਰ। ਮੈਂ ਕੀ ਗੱਲ ਹੋ ਗਈ? ਮੈਨੂੰ ਕਹਿੰਦਾ ਵੀ ਜਿੰਨਾ ਕੁਛ ਤੂੰ ਬੋਲ ਰਿਹਾ ਕੀ ਤੂੰ ਇਹ ਲਿਖਣ ਦੇ ਯੋਗ ਹੈਗਾ? ਮੈਂ ਕਿਹਾ ਯਾਰ ਮੈਂ ਕਦੇ ਸੋਚਿਆ ਨਹੀਂ। ਮੈਨੂੰ ਕਹਿੰਦਾ ਵੀ ਜੋ ਕੁਛ ਤੂੰ ਬੋਲਿਆ ਨਾ, ਤੂੰ ਇਹਨੂੰ ਡਾਇਰੀ 'ਤੇ ਲਿਖ ਲੈ। ਠੀਕ ਹੈ। ਮੈਂ ਕਿਹਾ ਵੀ ਯਾਰ ਮੇਰੇ ਵਾਸਤੇ ਉਹ ਮਤਲਬ ਇੱਕ ਅਜੀਬ ਐਕਸਰਸਾਈਜ਼ ਸੀ, ਪਰ ਮੈਂ ਉਹਦੇ ਕਹਿਣ 'ਤੇ ਕਰਤੀ। ਜਦੋਂ ਮੈਂ ਉਹ ਕੀਤੀ ਅਤੇ ਉਹਨੇ ਉਹ ਪਕੜ ਲਈ, ਮੈਨੂੰ ਕਹਿੰਦਾ ਮੈਨੂੰ ਪਕੜਾ ਦੇ। ਉਹਨੇ ਪੜ੍ਹ ਕੇ ਉਹਨੇ ਐਜ਼ ਇਟ ਇਜ਼ ਵਾਈਟ ਪੇਪਰ ਦੇ ਉੱਤੇ ਉਹ ਸਾਰੇ ਦੇ ਸਾਰਾ ਲਿਖਤਾ, ਆਰਟੀਕਲ ਬਣਾਤਾ, ਆਰਟੀਕਲ ਬਿਲਕੁਲ ਜਮਾ ਸੇਮ ਡਿਟੋ ਲਿਖਤਾ, ਕਿਉਂਕਿ ਗੁਰਨੈਬ ਦੀ ਲਿਖਾਈ ਬਹੁਤ ਸੋਹਣੀ ਹੈ। ਅਤੇ ਉਹਨੇ ਡਿਟੋ ਲਿਖ ਕੇ ਮੈਨੂੰ ਕਹਿੰਦਾ ਵੀ ਥੱਲੇ ਸਾਈਨ ਕਰ ਦੇ। ਮੈਂ ਕਿਹਾ ਵੀ ਕੀ ਕਰੇਗਾ? ਕਹਿੰਦਾ ਪੰਜਾਬੀ ਟ੍ਰਿਬਿਊਨ ਨੂੰ ਭੇਜਣਾ ਜੀ। ਔਰ ਮੈਨੂੰ ਪਹਿਲਾ ਹੀ ਆਰਟੀਕਲ ਇਹ ਮਤਲਬ ਮਾਣ ਹਾਸਲ ਹੋਇਆ ਕਿ ਜਿਹੜਾ ਮੇਨ ਆਰਟੀਕਲ ਲੱਗਦਾ ਆਰਟੀਕਲ ਦੇ ਪੇਜਾਂ ਦੇ ਉੱਤੇ, ਉਹ ਆਰਟੀਕਲ ਮੇਰਾ ਲੱਗਿਆ ਏਡਾ ਵੱਡਾ, ਛਪ ਗਿਆ। ਤੇ ਮੇਰੇ ਵਾਸਤੇ ਬੜੀ ਮਤਲਬ ਬਹੁਤ ਕਮਾਲ ਦਾ ਮਸਲਾ ਬਣਿਆ। ਉਸ ਤੋਂ ਬਾਅਦ ਮੈਂ ਪੜ੍ਹਨਾ ਲਿਖਣਾ ਸ਼ੁਰੂ ਕੀਤਾ। ਉਹ ਜਦੋਂ ਮੈਂ ਪੜ੍ਹਨਾ ਲਿਖਣਾ ਸ਼ੁਰੂ ਕਰਿਆ ਤਾਂ 2 ਮੇਰੇ ਟੇਸਟ ਡਿਵੈਲਪ ਹੋ ਗਏ।
ਇੱਕ ਤਾਂ ਮੈਂ ਰਾਜਨੀਤਿਕ ਕਿਤਾਬਾਂ ਪੜ੍ਹ ਕੇ ਜ਼ਿਆਦਾ ਖੁਸ਼ ਹਾਂ। ਉਸ ਚੱਕਰ 'ਚ ਮੈंने ਪੋਲੀਟੀਕਲ ਸਾਇੰਸ ਐਡੀਸ਼ਨਲ ਕੀਤੀ ਵੀ ਨਾ। ਉਹ ਮੈਂ ਹੁਣ ਐਮਏ ਕਰਨ ਬਾਰੇ ਸੋਚ ਰਿਹਾ ਪੋਲੀਟੀਕਲ ਸਾਇੰਸ ਦੀ। ਤੇ ਦੂਸਰਾ ਉਰਦੂ ਸ਼ਾਇਰੀ ਖਾਸ ਕਰਕੇ, ਕਿਉਂਕਿ ਸਟੇਜ ਸਕੱਤਰ ਦਾ ਕੰਮ ਕਰਦੇ ਹੋਏ ਉਰਦੂ ਦੇ ਸ਼ੇਅਰਾਂ ਦੀ ਜ਼ਰੂਰਤ ਪੈਂਦੀ ਸੀ। ਉਹ ਜ਼ਰੂਰਤ 'ਚੋਂ ਵੀ ਪੈਦਾ ਹੋਇਆ ਵਿਸ਼ਾ। ਤੇ ਮੈਂ ਫਿਰ ਤੇ ਮੇਰੀ ਲਾਈਫ ਦੇ ਵਿੱਚ ਜਦੋਂ ਮੈਂ ਪੜ੍ਹਨਾ ਲਿਖਣਾ ਸ਼ੁਰੂ ਕਰਿਆ ਤੇ 2-3 ਬੰਦਿਆਂ ਨੇ ਮੈਨੂੰ ਬੜਾ ਮੁਤਾਸਿਰ ਕਰਿਆ, ਜਿਨ੍ਹਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਸੀ ਜੀ, ਜਿਨ੍ਹਾਂ ਬਾਰੇ ਮੈਂ ਸੋਚ ਕੇ ਵੀ ਯਾਰ ਇਸ ਸ਼ਖਸੀਅਤ ਨੇ ਉਹ ਅੱਜ ਤੋਂ ਇੰਨੇ 100 ਸਾਲ ਪਹਿਲਾਂ ਕਿੰਨਾ ਰੈਵੋਲੂਸ਼ਨਰੀ ਸੋਚਿਆ। ਮੈਂ ਇਸ ਗੱਲ ਤੋਂ ਬੜਾ ਮੁਤਾਸਿਰ ਹੋਇਆ ਜੀ। ਫਿਰ ਮੈਂ ਤੇ ਗੁਰਨੈਬ ਨੇ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਭਰਤੀ ਅਧਿਐਨ ਦੇ ਰੂਪ ਦੇ ਵਿੱਚ ਇੱਕ ਕਿਤਾਬ ਵੀ ਐਡਿਟ ਕੀਤੀ ਜੀ। ਕੁਝ ਸੁਣੀਏ ਕੁਝ ਕਹੀਏ, ਜੋ ਕਿ ਬਾਬੇ ਦੀ ਪਰੰਪਰਾ ਸੀ, ਗੋਸ਼ਟ ਦੀ ਗੱਲਬਾਤ ਦੀ, ਉਸ ਗੱਲ ਨੂੰ ਲੈ ਕੇ ਅਸੀਂ ਸਾਰਾ ਸ਼੍ਰੀ ਗੁਰੂ ਨਾਨਕ ਜੀ ਦੇ, ਹਾਂਜੀ, ਗੁਰੂ ਨਾਨਕ ਦੇਵ ਜੀ ਦੇ ਉੱਤੇ ਅਸੀਂ 23 ਆਰਟੀਕਲ ਨੇ ਉਹਦੇ ਵਿੱਚ ਜੀ, ਜਿਹਦੇ ਵਿੱਚ ਕਿ ਪੰਜਾਬ ਦੇ ਐਮੀਨੈਂਟ ਰਾਈਟਰਸ ਨੇ, ਜਿਹਦੇ ਵਿੱਚ ਪ੍ਰੋਫੈਸਰ ਅਰਵਿੰਦ ਨੇ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ, ਉਹਦੇ ਵਿੱਚ ਡਾਕਟਰ ਜਤਿੰਦਰ ਸਿੰਘ ਨੇ ਜੀ, ਉਹਦੇ ਵਿੱਚ ਸਵਰਾਜ ਵੀਰ ਦਾ ਆਰਟੀਕਲ ਆ, ਹੋਰ ਵੀ ਡਾਕਟਰ ਵਨੀਤਾ ਹਨ, ਬੜੇ ਐਮੀਨੈਂਟ ਰਾਈਟਰ ਜਿਹੜੇ ਹੈਗੇ ਨੇ ਪੰਜਾਬ ਦੇ। ਅਸੀਂ ਉਹਨਾਂ ਦੇ ਜਿਹੜੇ ਮਨਮੋਹਨ ਸਿੰਘ ਦਾਊ ਹੈਗੇ ਨੇ, ਉਹਨਾਂ ਦਾ ਵੀ ਇੱਕ ਆਰਟੀਕਲ ਹੈ। ਤੇ ਦੂਸਰਾ ਜਦੋਂ ਮੈਂ ਹਾਲਾਂਕਿ ਉਹਦੀ ਜਿਹੜੀ ਉਰਦੂ ਦੀ ਖੁਸ਼ਖਤ ਹੈ, ਉਹ ਜੋ ਉਹਦੀ ਲਿਖਾਵਟ ਹੈ, ਉਹ ਮੈਂ ਪੜ੍ਹਨ ਦੇ ਯੋਗ ਨਹੀਂ ਹਾਂ ਜੀ, ਪਰੰਤੂ ਪੰਜਾਬੀ 'ਚ ਤੇ ਉਹ ਰੋਮਨ ਦੇ ਵਿੱਚ ਬਹੁਤ ਕੁਝ ਮਿਲ ਜਾਂਦਾ ਹੈ ਉਰਦੂ ਨੂੰ। ਮੈਂ ਉਹ ਜਦੋਂ ਸਾਰੇ ਸ਼ਾਇਰ ਪੜ੍ਹੇ ਤੇ ਉਸ ਲਾਕਡਾਊਨ ਨੇ ਇਸ ਕੰਮ ਦਾ ਬੜਾ ਸਾਥ ਦਿੱਤਾ। ਮੈਂ ਲਾਕਡਾਊਨ 'ਚ ਸਾਰੇ ਸ਼ਾਇਰ ਪੜ੍ਹੇ। ਉਸ ਸਮੇਂ ਦੇ ਦੌਰਾਨ ਮੈਂ ਮੁਨੱਵਰ ਸਾਹਿਬ ਨੂੰ ਫੋਨ ਕੀਤਾ, ਮਾਂ ਜੀ ਮੈਂ ਤੁਹਾਡੇ ਸ਼ਾਇਰੀ ਤੋਂ ਬੜਾ ਮੁਤਾਸਿਰ ਹਾਂ। ਮੁਨੱਵਰ ਰਾਣਾ ਸਾਹਿਬ ਜੀ ਮੈਨੂੰ ਕਹਿੰਦੇ ਵੀ ਬੇਟੇ ਕਿਆ ਕਰਤੇ ਹੋ? ਮਾਂ ਜੀ ਐਂ ਕਰਕੇ ਟੀਚਰ ਹਾਂ। ਮੈਨੂੰ ਕਹਿੰਦੇ ਵੀ ਕੀ ਇਹ ਪੋਸੀਬਲ ਹੈ ਵੀ ਤੂੰ ਮੇਰੀ ਕੋਈ ਕਿਤਾਬ ਟਰਾਂਸਲੇਟ ਕਰੇ? ਮਾਂ ਸਾਹਿਬ ਪੋਸੀਬਲ ਹੈ। ਉਹਨਾਂ ਨੇ ਮੈਨੂੰ ਆਪਣੀ ਕਿਤਾਬ ਭੇਜੀ ਮੁਹਾਜ਼ਰਨਾਮਾ ਜੀ, ਜੋ ਕਿ ਇੱਕ ਤਹਿਤ ਦੇ ਸ਼ੇਰ ਨੇ। ਸਿਰਫ ਜਿਹੜੇ ਲੋਕ ਹਿਜਰਤ ਕਰਕੇ ਆਏ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਦੇ ਸਮੇਂ ਦੀ ਜਿਹੜੀ ਉਸ ਸਮੇਂ ਦੀ ਫੀਲਿੰਗ ਸੀ, ਉਸ ਫੀਲਿੰਗ ਨੂੰ ਲੈ ਕੇ ਇੱਕੋ ਤਹਿਤ ਦੇ ਸ਼ੇਰ ਨੇ ਉਹਨਾਂ ਦੇ। ਉਹ ਕਿਤਾਬ ਵੀ ਪ੍ਰਿੰਟ ਹੋ ਚੁੱਕੀ ਹੈ ਤੇ ਉਹਦੀ ਇਨੈਗਰੇਸ਼ਨ ਜਾਂ ਉਹਦੀ ਘੁੰਡ ਚੁਕਾਈ ਦੀ ਜਿਹੜੀ ਰਸਮ ਹੈ ਉਹ ਮਤਲਬ ਰਾਣਾ ਸਾਹਿਬ ਨਾਲ ਪਲਾਨ ਹੋ ਰਹੀ ਹੈ। ਬਹੁਤ ਜਲਦੀ ਉਹ ਕਿਤਾਬ ਮਾਰਕੀਟ ਦੇ ਵਿੱਚ ਆ ਰਹੀ ਹੈ। ਇਸ ਤੋਂ ਇਲਾਵਾ ਮੈਨੇ ਮਨਰੇਗਾ ਦਾ ਜੋ ਮੈਗਜ਼ੀਨ ਸੀ, ਮਨਰੇਗਾ ਇੱਕ ਮੈਗਜ਼ੀਨ ਕੱਢਦੀ ਸੀ ਆਪਦੇ ਸਾਰੇ ਕੰਮਾਂ ਦਾ 3 ਮਹੀਨਿਆਂ ਬਾਅਦ, ਉਹਦਾ ਮੈਂ ਸਬ ਐਡੀਟਰ ਵੀ ਰਿਹਾ, ਉਹਦਾ ਡਿਜ਼ਾਈਨਰ ਵੀ ਰਿਹਾ ਲੰਬਾ ਸਮਾਂ। ਸੋ ਵਧੀਆ ਲੱਗਿਆ, ਸ਼ੁਰੂ ਹੋਇਆ ਸੀ ਸਫ਼ਰ ਤੇ ਟਿਲ ਨਾਓ ਯਾਨੀ ਕਹਿ ਸਕਦੇ ਹਾਂ ਕਿ ਮਘਾਣੀਆਂ ਸਕੂਲ ਦੇ ਵਿੱਚ ਆ ਕੇ ਤੁਹਾਡੇ ਚਿਣਕ ਜਗੀ ਸਾਹਿਤ ਨੂੰ ਪੜ੍ਹਨ ਦੀ ਤੇ ਫਿਰ ਲਿਖਣ ਦੀ। ਬਿਲਕੁਲ। ਤੇ ਹੁਣ ਇਸ ਮਕਾਮ ਤੇ ਕਿ ਤੁਸੀਂ ਕਿਤਾਬਾਂ ਲਿਖ ਰਹੇ ਹੋ ਜੀ। ਤਾਂ ਹੁਣ ਇੱਕ ਮੈਂ ਤੁਹਾਡੇ ਤੋਂ ਸਵਾਲ ਥੋੜ੍ਹਾ ਜਿਹਾ ਸਾਹਿਤ ਤੋਂ ਹਟ ਕੇ ਤੁਹਾਡੇ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਟੀਚਿੰਗ, ਇਹਦੇ ਨਾਲ ਸੰਬੰਧਿਤ ਕਰੂੰਗਾ। ਆਮ ਤੌਰ 'ਤੇ ਦਿਨੇਸ਼ ਜੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਸਰਕਾਰੀ ਅਧਿਆਪਕ ਨੇ, ਮੈਂ ਸਿੱਖਿਆ ਦੇ ਮਿਆਰ ਨੂੰ ਲੈ ਕੇ ਸਵਾਲ ਕਰ ਰਿਹਾ, ਜਿਹੜੇ ਸਰਕਾਰੀ ਅਧਿਆਪਕ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਾਉਂਦੇ। ਤਾਂ ਤੁਸੀਂ ਕੀ ਸਮਝਦੇ ਹੋ ਕਿ ਆਪਣੀ ਜਿਹੜੀ ਸਿੱਖਿਆ ਦਾ ਪੱਧਰ ਉਸ ਲੈਵਲ ਤੱਕ ਕਦੋਂ ਤੱਕ ਪਹੁੰਚ ਜਾਊਗਾ ਕਿ ਇੱਕ ਸਰਕਾਰੀ ਅਧਿਆਪਕ ਖੁਦ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਉਣ ਦੀ ਸੋਚੇਗਾ? ਇਹ ਬਹੁਤ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੈ। ਬਿਲਕੁਲ। ਇਹ ਵਿਸ਼ਵਾਸ ਟੁੱਟਣ ਦਾ ਮਸਲਾ ਹੈ, ਇਹ ਬ੍ਰੀਚ ਆਫ ਟਰਸਟ ਦਾ ਇਸ਼ੂ ਹੈ। ਲੋਕਾਂ ਦਾ ਗਵਰਨਮੈਂਟ ਸਕੂਲ ਸਿਸਟਮ ਦੇ ਵਿੱਚੋਂ ਵਿਸ਼ਵਾਸ ਟੁੱਟਿਆ ਔਰ ਉਸ ਵਿਸ਼ਵਾਸ ਦੀ ਬਹਾਲੀ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਅੱਗੇ ਵੀ ਵਧੇ ਹਾਂ ਤੇ ਮੈਨੂੰ ਲੱਗਦਾ ਵੀ ਜਿਸ ਦਿਨ ਇਹ ਵਿਸ਼ਵਾਸ ਬਹਾਲੀ ਹੋ ਜੂਗੀ, ਅਸੀਂ ਹੁਣ ਮੈਂ ਜਿੱਥੇ ਬਰੇ ਸਕੂਲ 'ਚ ਹਾਂ, ਮੇਰੀ ਕਲਾਸ ਦੇ ਵਿੱਚ 35 ਬੱਚੇ ਨੇ ਜੀ, ਜਿਹਦੇ ਵਿੱਚੋਂ 16-17 ਬੱਚੇ ਪ੍ਰਾਈਵੇਟ ਸੈਕਟਰ 'ਚੋਂ ਆਏ ਨੇ। ਮਤਲਬ ਹੋ ਰਿਹਾ, ਇਹਦੇ ਵਿੱਚ ਇੱਕ ਫੈਕਟਰ ਨਹੀਂ ਹੈ ਜੀ, ਇਹਦੇ ਵਿੱਚ ਬਹੁਤ ਸਾਰੇ ਫੈਕਟਰ ਨੇ। ਤਾਂ ਹੀ ਮੈਂ ਕਹਿ ਰਿਹਾ ਜਦੋਂ ਸਾਰੇ ਸਾਈਮਲਟੇਨੀਅਸਲੀ ਮਤਲਬ ਉੱਪਰ ਚੱਕੇ ਗਏ, ਫਿਰ ਇੱਕ ਵਿਸ਼ਵਾਸ ਜਦੋਂ ਸੁਸਾਇਟੀ ਦਾ ਕ੍ਰੀਏਟ ਹੋ ਗਿਆ,
ਤੇ ਫਿਰ ਮੈਨੂੰ ਲੱਗਦਾ ਵੀ ਇਹ ਚੇਂਜ ਆ ਜੂਗੀ ਜੀ। ਹਾਲਾਂਕਿ ਦੋਸਤੋ ਤੁਸੀਂ ਅਕਸਰ ਇਸ ਨੂੰ ਗਹਿਰਾਈ ਨਾਲ ਕਦੇ ਵਾਚਿਆ ਵੀ ਹੋਵੇਗਾ, ਤੁਸੀਂ ਜਾਣਦੇ ਵੀ ਹੋਵੋਗੇ ਕਿ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕ ਜਿਹੜੇ ਹੈਗੇ ਨੇ ਉਹ ਜ਼ਿਆਦਾ ਕੁਆਲੀਫਾਈਡ ਨੇ। ਤਾਂ ਫਿਰ ਵੀ ਕਿਤੇ ਤੁਸੀਂ ਦੇਖੋ ਸਰਕਾਰੀ ਸਕੂਲਾਂ ਨੂੰ ਉਸ ਪੱਧਰ ਦਾ ਮੁਕਾਮ ਸ਼ਾਇਦ ਨਹੀਂ ਮਿਲ ਪਾਇਆ। ਉਹਦੇ ਕਾਰਨ ਵੱਖ-ਵੱਖ ਹੋ ਸਕਦੇ ਨੇ, ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਉਹ ਪੱਧਰ ਸ਼ਾਇਦ ਇੱਕ ਚੀਜ਼ ਹੋਰ ਦੱਸੋ ਮੈਨੂੰ ਕਿ ਇੱਕ ਤਾਂ ਅਧਿਆਪਕ ਦੀ ਕਾਬਲੀਅਤ ਹੋ ਗਈ, ਦੂਸਰੀ ਹੋ ਗਈ ਇਮਾਰਤ। ਸਰਕਾਰੀ ਸਕੂਲਾਂ ਦੀ ਇਮਾਰਤ ਪਹਿਲਾਂ ਆਪਾਂ ਦੇਖਦੇ ਸੀ ਕਿ ਬਹੁਤ ਜ਼ਿਆਦਾ ਖਸਤਾ ਹੋਇਆ ਕਰਦੇ ਸੀ। ਅੱਜ ਕੱਲ੍ਹ ਤੁਹਾਡੇ ਵਰਗੇ ਜਿਹੜੇ ਟੀਚਰ ਹੈਗੇ ਨੇ ਆਪਣੀਆਂ ਨਿੱਜੀ ਕੋਸ਼ਿਸ਼ਾਂ ਦੇ ਨਾਲ ਸਕੂਲਾਂ ਦੀਆਂ ਇਮਾਰਤਾਂ ਨੂੰ ਬਹੁਤ ਸੁੰਦਰ ਬਣਾ ਰਹੇ ਨੇ, ਸਕੂਲਾਂ ਦੇ ਢਾਂਚੇ ਨੂੰ ਬਹੁਤ ਵਧੀਆ ਦਿੱਖਯੋਗ ਬਣਾ ਰਹੇ ਨੇ। ਹੁਣ ਦੋ ਚੀਜ਼ਾਂ ਤਾਂ ਕਵਰ ਹੋ ਰਹੀਆਂ ਨੇ, ਤੀਜੀ ਚੀਜ਼ ਉਹ ਕਿਹੜੀ ਹੈ ਜਿੱਤੇ ਕੰਮ ਕੀਤਾ ਜਾ ਸਕਦਾ, ਜਿਹਦੇ ਨਾਲ ਉਸ ਪੱਧਰ ਤੱਕ ਆਪਾਂ ਜਾ ਸਕਦੇ ਹਾਂ? ਦਰਅਸਲ ਹੁਣ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਉਹ ਕੁਆਲਿਟੀ ਆਫ ਐਜੂਕੇਸ਼ਨ ਤੇ ਕੀਤਾ ਜਾ ਰਿਹਾ ਹੈ ਕਿ ਸਕੂਲਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਵਧੇ। ਅਸੀਂ ਇਨਫਰਾਸਟ੍ਰਕਚਰਲ ਚੇਂਜਸ ਤਾਂ ਕਰ ਲੀਆਂ, ਸ਼ਾਇਦ ਉਹ ਐਪੀਸੋਡ ਕੰਪਲੀਟ ਹੋ ਚੁੱਕੇ ਹੈ। ਤੇ ਵੈਸੇ ਲਗਾਤਾਰ ਪਿਛਲੇ 5 ਸਾਲਾਂ ਤੋਂ ਜਦੋਂ ਤੋਂ ਸੈਟ ਸਾਹਿਬ ਆਏ ਨੇ ਵੱਡੀ ਪੱਧਰ ਤੇ ਇਸ ਰੂਪ ਤੇ ਕੰਮ ਹੋ ਰਿਹਾ ਹੈ। ਸਟੂਡੈਂਟ ਵੀ ਵੱਧ ਰਹੇ ਨੇ, ਪਰ ਉਹ ਜੇ ਇਹ ਵਿਗੜਿਆ 20-30 ਸਾਲਾਂ 'ਚ ਹੈ ਤੇ ਦੋਵਾਂ ਤਿੰਨਾਂ ਸਾਲਾਂ 'ਚ ਨਹੀਂ ਇਹਨੇ ਸਫਰਨਾ। ਇਹ ਨਹੀਂ ਹੈ ਵੀ ਇਹਦਾ ਆਪਰੇਸ਼ਨ ਹਾਂ ਵੀ ਇਹ ਤੋਂ ਜੇ ਵਿਗੜਿਆ 20-30 ਸਾਲਾਂ 'ਚ ਹੈ ਤਾਂ ਇਹ ਪੋਸੀਬਲ ਨਹੀਂ ਹੈ ਵੀ ਇਹ 2-3 ਸਾਲਾਂ 'ਚ ਯਾਨੀ ਕਿ ਇਹਦਾ ਆਯੁਰਵੈਦਿਕ ਇਲਾਜ ਕਰਨਾ ਪਊ। ਦਿਨੇਸ਼ ਜੀ, ਇਹ ਅਵਾਰਡ ਤੁਹਾਨੂੰ ਮਿਲਿਆ, ਇਹ ਸਨਮਾਨ ਤੁਹਾਨੂੰ ਮਿਲਿਆ, ਕਿਸ ਨੂੰ ਡੈਡੀਕੇਟ ਕਰਨਾ ਚਾਹੋਗੇ? ਜਿਹੜੀ ਮੇਰਾ ਇਸ ਅਵਾਰਡ ਦਾ ਸਮਰਪਣ ਹੈ, ਸਭ ਤੋਂ ਪਹਿਲਾਂ ਤਾਂ ਮੇਰੀ ਉਸ ਟੀਮ ਨੂੰ ਜਿਨ੍ਹਾਂ ਦੇ ਨਾਲ ਰਲ ਕੇ ਜੀ ਅਸੀਂ ਸਕੂਲ ਦੇ ਵਿੱਚ ਇਸ ਰੂਪ 'ਚ ਕੰਮ ਕੀਤਾ। ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਤੇ ਮੇਰੇ ਦਾਦਾ ਜੀ। ਮੇਰੇ ਦਾਦਾ ਜੀ ਖੁਦ ਬਹੁਤ ਵਧੀਆ ਅਧਿਆਪਕ ਸੀਗੇ ਔਰ ਉਹਨਾਂ ਦੀ ਇਹ ਇੱਛਾ ਸੀ ਕਿ ਸਾਡੇ ਖਾਨਦਾਨ ਦੇ ਵਿੱਚ ਪੜ੍ਹਨ ਪੜ੍ਹਾਉਣ ਦੀ ਜੋ ਪ੍ਰਕਿਰਿਆ ਹੈ ਉਹ ਚੱਲਦੀ ਰਹੇ। ਮੈਂ ਤੇ ਉਹਨਾਂ ਦੋਸਤਾਂ ਨੂੰ, ਉਹਨਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਇਹ ਸਾਰੇ ਕੰਮ ਨੂੰ ਹੋਣ ਦੇ ਦੌਰਾਨ ਬਦੀਨਗੀਆਂ ਕੱਟੀਆਂ ਤੇ ਜਿਨ੍ਹਾਂ ਦੋਸਤਾਂ ਨੇ ਦੁਆਵਾਂ ਕੀਤੀਆਂ, ਉਹਨਾਂ ਸਾਰਿਆਂ ਨੂੰ ਇਹ ਮੇਰਾ ਅਵਾਰਡ ਡੈਡੀਕੇਟ ਹੈ ਜੀ। ਤਾਂ ਦਿਨੇਸ਼ ਜੀ, ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ। ਇੱਕ ਵਾਰੀ ਫੇਰ ਤੁਹਾਨੂੰ ਤੁਹਾਡੀ ਇਸ ਅਚੀਵਮੈਂਟ ਲਈ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਔਰ ਅਸੀਂ ਦੁਆ ਕਰਾਂਗੇ ਕਿ ਤੁਸੀਂ ਆਪਣੇ ਇਸ ਕਿੱਤੇ ਦੇ ਵਿੱਚ ਹੋਰ ਅੱਗੇ ਵਧੋ, ਤੁਹਾਡੇ ਪੜ੍ਹਾਏ ਹੋਏ ਜਿਹੜੇ ਬੱਚੇ ਨੇ ਹੋਰ ਤਰੱਕੀਆਂ ਕਰਨ ਤੇ ਸਮਾਜ ਦੇ ਵਿੱਚ ਵਿੱਦਿਆ ਦੇ ਇਸ ਚਾਨਣ ਨੂੰ ਤੁਸੀਂ ਹੋਰ ਫੈਲਾਉਂਦੇ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।